ਸਭ ਦੇ ਵਿਚਾਲੇ ਵੱਡੀ ਖਬਰ ਹੈ ਬਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ। ਜੇਲ੍ਹ ਭੇਜੇ ਗਏ ਨੇ ਬਿਕਰਮ ਮਜੀਠੀਆ। ਨਿਆਇਕ ਹਿਰਾਸਤ ਦੇ ਵਿੱਚ ਬਿਕਰਮ ਮਜੀਠੀਆ ਨੂੰ 8 ਮਾਰਚ ਤੱਕ ਭੇਜ ਦਿੱਤਾ ਗਿਆ ਹੈ। ਮੋਹਾਲੀ ਅਦਾਲਤ ਨੇ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਹੈ। ਮੋਹਾਲੀ ਅਦਾਲਤ ਦੇ ਵਿੱਚ ਬਿਕਰਮ ਮਜੀਠੀਆ ਨੇ ਸਰੈਂਡਰ ਕੀਤਾ ਸੀ। ਸਰੈਂਡਰ ਤੋਂ ਬਾਅਦ ਰੈਗੂਲਰ ਬੇਲ ਦੇ ਲਈ ਅਪਲਾਈ ਕੀਤਾ ਗਿਆ, ਪਰ ਫਿਲਹਾਲ ਅਦਾਲਤ ਦੇ ਵੱਲੋਂ ਤੁਹਾਨੂੰ ਦੱਸ ਦਈਏ ਕਿ 8 ਮਾਰਚ ਤੱਕ ਬਿਕਰਮ ਮਜੀਠੀਆ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਜੇਲ੍ਹ ਭੇਜੇ ਗਏ ਨੇ ਬਿਕਰਮ ਮਜੀਠੀਆ। ਵੱਡੀ ਖਬਰ ਅੱਜ ਦੇ ਦਿਨ ਦੀ ਬਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ। ਦਰਅਸਲ ਸੁਪਰੀਮ ਕੋਰਟ ਤੋਂ ਜੋ ਰਾਹਤ ਮਿਲੀ ਸੀ ਬਿਕਰਮ ਮਜੀਠੀਆ ਨੂੰ, ਤਾਂ ਉਸ ਦੇ ਵਿੱਚ ਸੀ ਕਿ ਤੁਸੀਂ 23 ਤਰੀਕ ਤੱਕ ਜਾ ਕੇ ਸਰੈਂਡਰ ਕਰਿਓ, ਯਾਨੀ 23 ਤਰੀਕ ਤੱਕ ਦੀ ਰਾਹਤ ਸੀ। ਅੱਜ 24 ਤਰੀਕ ਦਾ ਦਿਨ ਹੈ ਤੇ ਅਦਾਲਤ ਦੇ ਵਿੱਚ ਬਿਕਰਮ ਮਜੀਠੀਆ ਪਹੁੰਚੇ, ਆਪਣੇ ਵਕੀਲਾਂ ਦੇ ਨਾਲ ਉੱਥੇ ਸਰੈਂਡਰ ਕੀਤਾ ਤੇ ਉਸ ਦੇ ਨਾਲ ਜਿਹੜੀ ਰੈਗੂਲਰ ਬੇਲ ਦੇ ਲਈ ਐਪਲੀਕੇਸ਼ਨ ਲਗਾਈ ਗਈ। ਉੱਥੇ ਬਹਿਸ ਹੋਈ ਹੈ। ਬਿਕਰਮ ਮਜੀਠੀਆ ਤੇ ਦੂਜੇ ਪਾਸੇ ਜਿਹੜਾ ਵਕੀਲ ਸੀ, ਜਿਹੜੇ ਦੂਜੇ ਪਾਸੇ ਵਕੀਲ ਸੀ, ਉਹਨਾਂ ਦੇ ਵਿਚਾਲੇ ਅਦਾਲਤ ਦੇ ਸਾਹਮਣੇ, ਜੱਜ ਸਾਹਿਬ ਦੇ ਸਾਹਮਣੇ ਇਹ ਪੂਰੀ ਬਹਿਸ ਹੋਈ ਹੈ। ਤੇ ਤੁਹਾਨੂੰ ਦੱਸ ਦਈਏ ਕਿ ਐਸਆਈਟੀ ਦੇ ਵੱਲੋਂ ਕਰੀਬ 2 ਘੰਟੇ ਤੱਕ ਸਵਾਲ ਜਵਾਬ ਪਹਿਲਾਂ ਹੀ ਕੀਤੇ ਗਏ ਨੇ ਅਦਾਲਤ ਦੇ ਇੱਕ ਕਮਰੇ ਦੇ ਵਿੱਚ ਹੀ। ਪਰ ਇਸ ਸਭ ਦੇ ਵਿਚਾਲੇ ਹੁਣ ਖਬਰ ਹੈ, ਤੁਹਾਨੂੰ ਦੱਸ ਦਈਏ ਕਿ 8 ਮਾਰਚ ਤੱਕ ਬਿਕਰਮ ਮਜੀਠੀਆ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਅਦਾਲਤ ਦੇ ਵੱਲੋਂ। ਇਹ ਵੱਡੀ ਖਬਰ ਹੈ। ਹਾਲਾਂਕਿ ਇਲੈਕਸ਼ਨ ਨਿਕਲ ਚੁੱਕੇ ਨੇ। ਬਿਕਰਮ ਮਜੀਠੀਆ ਚੋਣ ਮੈਦਾਨ ਦੇ ਵਿੱਚ ਨੇ। ਅੰਮ੍ਰਿਤਸਰ ਈਸਟ ਤੋਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਈਵੀਐਮ ਦੇ ਵਿੱਚ ਜਿਹੜਾ ਲੋਕਾਂ ਦਾ ਫੈਸਲਾ ਹੈ ਉਹ ਕੈਦ ਹੋ ਚੁੱਕਿਆ। 10 ਮਾਰਚ ਨੂੰ ਨਤੀਜੇ ਆਉਣੇ ਨੇ, ਪਰ ਉਸ ਤੋਂ ਪਹਿਲਾਂ ਵੱਡੀ ਖਬਰ ਇਸ ਸਮੇਂ ਦੀ ਕਿ ਬਿਕਰਮ ਮਜੀਠੀਆ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ। ਬਿਕਰਮ ਮਜੀਠੀਆ ਦੇ ਖਿਲਾਫ ਡਰੱਗਸ ਦਾ ਮਾਮਲਾ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਲਗਾ ਕੇ ਇੱਕ ਪਰਚਾ ਦਰਜ ਕੀਤਾ ਗਿਆ ਸੀ ਦਸੰਬਰ ਦੇ ਵਿੱਚ, ਤੇ ਉਸ ਤੋਂ ਬਾਅਦ ਬਿਕਰਮ ਮਜੀਠੀਆ ਦੇ ਉੱਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ। ਬਿਕਰਮ ਮਜੀਠੀਆ ਪਹਿਲਾਂ ਰੁਕ ਕਰਦੇ ਨੇ ਮੋਹਾਲੀ ਅਦਾਲਤ ਦਾ, ਉੱਥੋਂ ਰਾਹਤ ਨਹੀਂ ਮਿਲਦੀ, ਫਿਰ ਰੁਕ ਕਰਦੇ ਨੇ ਹਾਈ ਕੋਰਟ ਦਾ, ਉੱਥੋਂ ਰਾਹਤ ਮਿਲਦੀ ਹੈ। ਪਰ ਦੂਜੀ ਵਾਰ ਜਦੋਂ ਉਹਨਾਂ ਨੂੰ 1 ਹਫ਼ਤੇ ਦੀ ਰਾਹਤ ਮਿਲੀ ਸੀ, ਉਸ ਤੋਂ ਬਾਅਦ ਰਾਹਤ ਨਹੀਂ ਮਿਲੀ, ਤਾਂ ਫਿਰ ਉਹਨਾਂ ਦੇ ਵਕੀਲਾਂ ਨੇ, ਬਿਕਰਮ ਮਜੀਠੀਆ ਨੇ ਵਕੀਲਾਂ ਦੇ ਜ਼ਰੀਏ ਰੁਕ ਕੀਤਾ ਸੁਪਰੀਮ ਕੋਰਟ ਦਾ। ਸੁਪਰੀਮ ਕੋਰਟ ਨੇ ਰਾਹਤ ਦਿੱਤੀ ਔਰ ਇਲੈਕਸ਼ਨ ਤੋਂ ਬਾਅਦ ਤੱਕ ਦੀ ਰਾਹਤ ਦੇ ਦਿੱਤੀ ਗਈ ਸੀ 23 ਫਰਵਰੀ ਤੱਕ ਦੀ। 24 ਫਰਵਰੀ ਦਾ ਦਿਨ ਬਿਕਰਮ ਮਜੀਠੀਆ ਨੇ ਸਰੈਂਡਰ ਕਰਨਾ ਸੀ ਜਾਂ ਫਿਰ ਉਹਨਾਂ ਦੀ ਰੈਗੂਲਰ ਬੇਲ ਉਹਨਾਂ ਨੂੰ ਮਿਲੀ ਹੁੰਦੀ। ਦੋਵੇਂ ਚੀਜ਼ਾਂ ਤੋਂ ਇੱਕ ਚੀਜ਼ ਹੋਣੀ ਚਾਹੀਦੀ ਸੀ। ਖੈਰ, ਬਿਕਰਮ ਮਜੀਠੀਆ ਨੇ ਸਰੈਂਡਰ ਕਰ ਦਿੱਤਾ ਹੈ। ਸਰੈਂਡਰ ਕਰਨ ਦੇ ਨਾਲ ਉਹਨਾਂ ਦੇ ਵਕੀਲਾਂ ਦੇ ਵੱਲੋਂ ਰੈਗੂਲਰ ਬੇਲ ਦੀ ਵੀ ਐਪਲੀਕੇਸ਼ਨ ਲਗਾ ਦਿੱਤੀ ਗਈ। ਹਾਲਾਂਕਿ ਉਸ ਦੇ ਉੱਤੇ ਹੁਣ ਸੁਣਵਾਈ ਜ਼ਰੂਰ ਹੁੰਦੀ ਰਹੇਗੀ, ਪਰ ਵੱਡੀ ਖਬਰ ਹੈ ਕਿ ਫਿਲਹਾਲ ਬਿਕਰਮ ਮਜੀਠੀਆ ਨੂੰ 8 ਤਰੀਕ ਤੱਕ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਇਹ ਵੀ ਤੁਹਾਨੂੰ ਦੱਸ ਦਈਏ ਇਸ ਸਮੇਂ ਅਪਡੇਟ ਹੈ ਕਿ ਜਿਹੜੀ ਬੇਲ ਦੇ ਉੱਤੇ, ਰੈਗੂਲਰ ਬੇਲ ਦੇ ਉੱਤੇ ਸੁਣਵਾਈ ਅਜੇ ਬਾਕੀ ਹੈ। ਰੁਕ ਕਰਦੇ ਹਾਂ ਸਿੱਧਾ ਮਨੋਜ ਰਾਠੀ ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ। ਮਨੋਜ, ਦੱਸੋ ਕੀ ਕੁਝ ਤੁਹਾਡੇ ਕੋਲ ਅਪਡੇਟ? मैं मनोज का रुख करदा वापस। मनोज राठी इस पूरी खबर के उत्ते हुण जानकारी के नाल साडे नाल जुड़नगे। पर बिकरम मजीठिया के उत्ते जो एनडीपीएस का परचा दर्ज किया गया सी, उस पूरे मामले के विच बिकरम मजीठिया नूं जेल भेज दिता गया है। 8 मार्च तक न्यायिक हिरासत के विच भेज दिता गया है। बिकरम मजीठिया नूं अकाली दल का एक वड्डा नाम है। श्रोमणी अकाली दल के वड्डा चेहरा, वड्डे आगू बिकरम मजीठिया यूथ अकाली दल के लंबे वेले तक प्रधान रहे और साबका कैबिनेट मंत्री ने। पंजाब की सियासत के विच एक वड्डा चर्चित नाम है। वो इस करके भी इस बार चर्चा दे विच है क्योंकि मजीठा अपना हल्का छड्ड के उन्होंने अमृतसर ईस्ट का रुख किया। पर ड्रग्स नूं लैके बिकरम मजीठिया के उत्ते पहला कई बार इल्जाम लगते रहे हैं। हालांकि अकाली दल इसनूं टोटली इसनूं पूरे तौर के उत्ते पोलीटिकल वैंडेटा दे नाल जोड़ के पहले दिन तो देख रहे हैं कि यह सियासी बदलाखोरी के तहत ही परचा दर्ज किया गया। अकाली दल का कहना है। दूजे पासे जे असी गल करिए कांग्रेस के नुमाइंदियां की, तो कांग्रेस के नुमाइंदे दावा करते हैं कि कानून के मुताबिक ही काम हो रहा है, कानून के मुताबिक ही कार्रवाई हो रही है। खैर, सियासी बयानबाजियां लगातार जारी ने, पर इस सब के विचाले बिकरम मजीठिया नूं जेल जाना होगा। जो साडे कोल इस समय जानकारी है 8 मार्च तक बिकरम मजीठिया नूं न्यायिक हिरासत दे विच अदालत दे वल्लों भेज दिता गया। सीधा रुख करदा है मनोज राठी साडे सहयोगी इस समय साडे नाल ने। मनोज, की कुछ तुहाडे कोल इस समय जानकारी बिकरम मजीठिया नूं लैके? देखो गौरव, काफ़ी देर की पुछगिछ जी है वो SIT वालों की गई है। करीब 11:45 तो लैके
1:15 ਵਜੇ ਤੱਕ ਪਰਮਿਸ਼ਨ ਮਿਲੀ ਸੀ ਕਿ ਇਸੀ ਇੱਕ ਰੂਮ ਦਿੱਤਾ ਗਿਆ ਸੀਗਾ ਕੋਰਟ ਦੇ ਹੀ ਪ੍ਰਮਿਸਿਸ, ਜਿਹਦੇ ਵਿੱਚ ਸਟੇਟ ਕ੍ਰਾਈਮ ਬ੍ਰਾਂਚ ਨੇ ਮਜੀਠੀਆ ਨੂੰ ਇੱਕ ਬੰਦ ਕਮਰੇ 'ਚ ਕਾਫੀ ਪੁੱਛਗਿੱਛ ਕੀਤੀ। ਕਈ ਜਿਹੜੇ ਕੁਐਸਚਨਸ, ਕਈ ਸਵਾਲ ਜਵਾਬ ਜਿਹੜੇ ਆ ਉਹ ਲਿੱਤੇ ਗਏ, ਜਿਹਦੇ ਵਿੱਚ ਲਗਾਤਾਰ ਸਵਾਲ ਜਵਾਬ ਜਿਹੜੇ ਆ ਉਹ ਹੋਏ। ਵੱਡੇ ਵੱਡੇ ਕੁਐਸਚਨਸ ਜਿਹੜੇ ਆ ਸਾਡੇ ਜਿਹੜੇ ਸੋਰਸਿਸ ਦੱਸ ਰਹੇ ਨੇ ਕਿ ਉਹਨਾਂ ਵਿੱਚੋਂ ਕਿ ਕਈ ਨਸ਼ੇ ਵੱਡੇ ਤਸਕਰਾਂ ਦਾ ਨਾਂ ਪੁੱਛਿਆ ਗਿਆ, ਕਿਸ ਤਰ੍ਹਾਂ ਦੇ ਉਹਨਾਂ ਦੇ ਰਿਲੇਸ਼ਨ ਰਹੇ ਆ, ਕਿਸ ਤਰ੍ਹਾਂ ਦਾ ਉਹਨਾਂ ਦਾ ਰਿਹਾ, ਇਹ ਸਾਰੀ ਚੀਜ਼ਾਂ ਤੇ ਕੁਝ ਸਵਾਲ ਜਵਾਬ ਜਿਹੜੇ ਆ ਉਹ ਕੀਤੇ ਗਏ ਤੇ ਹੁਣ ਜਿਹੜੀ ਨਿਕਲ ਕੇ ਆਈ ਹੈ ਜਿਹੜੀ ਕੋਰਟ ਦੀ ਕਿ 8 ਮਾਰਚ ਤੱਕ ਨਿਆਇਕ ਹਿਰਾਸਤ 'ਚ ਭੇਜਿਆ ਗਿਆ, ਲੇਕਿਨ ਹਜੇ ਬੇਲ ਤੇ ਸੁਣਵਾਈ ਜਿਹੜੀ ਹੈ ਉਹ ਹੋਣਾ ਬਾਕੀ ਹੈ। ਤੇ ਹੁਣ ਕਿਤੇ ਨਾ ਕਿਤੇ ਮੁਸ਼ਕਿਲਾਂ ਜਿਹੜੀਆਂ ਵਿਕਰਮ ਮਜੀਠੀਆ ਦੀ ਵਧੀ ਹੈ, ਲੇਕਿਨ ਕਿ ਪੂਰਾ ਜਿਹੜਾ ਕੇਸ ਸੀਗਾ, ਹਾਲਾਂਕਿ ਇਹ ਹਾਈ ਪ੍ਰੋਫਾਈਲ ਕੇਸ ਸੀ, ਇਸ ਕਰਕੇ ਕਾਫੀ ਜਿਹੜਾ ਹੈਗਾ ਵੱਡੇ ਇੱਥੇ ਜਿਹੜੇ ਪੋਲੀਟੀਸ਼ੀਅਨ ਵੀ ਇੱਥੇ ਪਹੁੰਚੇ ਹੋਏ ਨੇ, ਅਕਾਲੀ ਦੇ ਵੱਡੇ ਲੀਡਰਸ ਇੱਥੇ ਪਹੁੰਚੇ ਹੋਏ ਨੇ ਤੇ ਕਾਫੀ ਦੇਰ ਇਹ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਗਈ ਹੈ। ਹਾਲਾਂਕਿ ਸਟੇਟ ਕ੍ਰਾਈਮ ਬ੍ਰਾਂਚ ਨੇ ਕੋਰਟ ਤੋਂ ਪਰਮਿਸ਼ਨ ਮੰਗੀ ਸੀ ਕਿ ਉਹਨਾਂ ਨੂੰ ਪੁਲਿਸ ਕਸਟਡੀ ਚਾਹੀਏ, ਉਹਨਾਂ ਨੂੰ ਪੁਲਿਸ ਕਸਟਡੀ ਤੇ ਲੈ ਕੇ ਰਿਮਾਂਡ ਜਿਹੜਾ ਲੈ ਕੇ ਪੁੱਛਗਿੱਛ ਕਰਨੀ ਹੈ। ਕਈ ਇਸ ਤਰ੍ਹਾਂ ਦੇ ਸਵਾਲ ਜਵਾਬ ਨੇ। ਐਸਟੀਐਫ ਦੀ ਜਿਹੜੀ ਰਿਪੋਰਟ ਹੈ ਜਿਸ ਆਧਾਰ ਤੇ ਇਹ ਮਾਮਲਾ ਦਰਜ ਹੋਇਆ, ਜਿਹੜਾ ਮਾਮਲਾ ਦਰਜ ਹੋਇਆ ਸਟੇਟ ਕ੍ਰਾਈਮ ਬ੍ਰਾਂਚ ਨੇ ਐਸਟੀਐਫ ਦੀ ਜਿਹੜੀ ਰਿਪੋਰਟ, ਸਿੱਧੂ ਦੀ ਜਿਹੜੀ ਰਿਪੋਰਟ ਸੀ, ਓਲਡ ਬਨੂੜ ਕੇਸ ਸੀਗਾ, ਡਰੱਗਸ ਮਾਮਲਾ ਜਿਹੜਾ ਸਾਹਮਣੇ ਆਇਆ, ਵੱਡੇ ਵੱਡੇ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦਾ ਨਾਂ ਸੀਗਾ, ਇਹਦੀ ਇਨਵੋਲਵਮੈਂਟ ਦੀ ਗੱਲ ਕੀਤੀ ਜਾ ਰਹੀ ਸੀ, ਬਾਈ ਨੇਮ ਪਰਚਾ ਦਰਜ ਹੋਇਆ ਸੀ ਤੇ ਪੁਲਿਸ ਰਿਮਾਂਡ ਦੀ ਗੱਲ ਕੀਤੀ ਗਈ ਸੀ ਕਿ ਪੁਲਿਸ ਕਸਟਡੀ 'ਚ ਲੈ ਕੇ ਵਿਕਰਮ ਮਜੀਠੀਆ ਤੋਂ ਪੁੱਛਗਿੱਛ ਅਸੀਂ ਕਰਨਾ ਚਾਹੁੰਦੇ ਹਾਂ, ਲੇਕਿਨ 1.5 ਘੰਟੇ ਦੀ ਜਿਹੜੀ ਪਰਮਿਸ਼ਨ ਕੋਰਟ ਨੇ ਦਿੱਤੀ ਹੈ ਤੇ ਇਸੀ ਕੋਰਟ ਦੇ ਪਰਮਿਸਿਸ 'ਚ ਵਿਕਰਮ ਮਜੀਠੀਆ ਤੋਂ ਪੁੱਛਗਿੱਛ ਜਿਹੜੀ ਹੈ ਉਹ ਹੋਈ ਹੈ। ਪੁੱਛਗਿੱਛ ਹੋਈ ਹੈ, ਲਗਾਤਾਰ ਵੱਡੇ ਕੁਐਸਚਨ ਜਿਹੜੇ ਆ, ਸਵਾਲ ਜਵਾਬ ਜਿਹੜੇ ਸਾਡੇ ਸੋਰਸ ਦੱਸ ਰਹੇ ਨੇ, ਵੱਡੇ ਸਵਾਲ ਜਵਾਬ ਜਿਹੜੇ ਉਹ ਕੀਤੇ ਗਏ ਨੇ। ਜਿਹੜੇ ਫੰਕਸ਼ਨ ਹੋਇਆ ਸੀਗਾ 2015-16 'ਚ ਜਿਹੜਾ ਫੰਕਸ਼ਨ ਹੋਇਆ ਸੀਗਾ ਵਿਕਰਮ ਮਜੀਠੀਆ ਦੇ ਘਰ, ਉਹਦੇ 'ਚ ਕੌਣ ਵਿਦੇਸ਼ ਤੋਂ ਆਏ ਸੀ, ਕਿਹੜੇ ਪਰਸਨ ਆਏ ਸੀ, ਉਹਨਾਂ ਦੇ ਰਹਿਣ ਦਾ, ਖਾਣ ਦਾ, ਪੀਣ ਦਾ ਸਾਰਾ ਅਰੇਂਜਮੈਂਟ ਕਿੰਨੇ ਕੀਤਾ, ਉਹਨਾਂ ਦਾ ਕਿਸ ਤਰ੍ਹਾਂ ਦਾ ਰਿਲੇਸ਼ਨ ਹੈਗਾ, ਹੋਰ ਕਈ ਸਵਾਲ ਵੱਡੇ, ਕਿਸ ਦੀ ਇਨਵੋਲਵਮੈਂਟ ਹੈ, ਕਿਸ ਤਰ੍ਹਾਂ ਤੁਸੀਂ ਜਾਣਦੇ ਹੋ, ਇਹ ਸਾਰੇ ਕੁਐਸਚਨ ਜਿਹੜੀ ਹੈ ਇੱਕ ਲਿਸਟ ਸਟੇਟ ਕ੍ਰਾਈਮ ਬ੍ਰਾਂਚ ਖੁਦ ਇੱਕ ਵੱਡੇ ਡਾਕੂਮੈਂਟਸ, ਕਾਫੀ ਸਾਰੇ ਡਾਕੂਮੈਂਟਸ ਲੈ ਕੇ, ਪ੍ਰਿੰਟਰ, ਲੈਪਟਾਪ ਲੈ ਕੇ ਇੱਥੇ ਪਹੁੰਚਿਆ ਸੀਗਾ ਤੇ ਇੱਕ ਬੰਦ ਕਮਰੇ 'ਚ 11:45 ਤੋਂ ਲੈ ਕੇ 1:15 ਵਜੇ ਤੱਕ ਲਗਾਤਾਰ ਪੁੱਛਗਿੱਛ ਜਿਹੜੀ ਹੈ ਵਿਕਰਮ ਮਜੀਠੀਆ ਤੋਂ ਹੋਈ ਹੈ। ਹਾਲਾਂਕਿ ਜਦ ਇਹ ਮਾਮਲਾ ਦਰਜ ਹੋਇਆ ਸੀਗਾ ਲੋਕਲ ਕੋਰਟ 'ਚ ਵੀ ਖਾਰਿਜ ਕੀਤੀ ਗਈ ਸੀ, ਉਹਦੀ ਜ਼ਮਾਨਤ ਜਿਹੜੀ ਪਈ ਸੀ, ਉਸ ਤੋਂ ਬਾਅਦ ਹਾਈ ਕੋਰਟ ਗਈ ਸੀ, ਹਾਈ ਕੋਰਟ 'ਚ ਵੀ ਖਾਰਿਜ ਹੋਈ ਸੀ, ਸੁਪਰੀਮ ਕੋਰਟ ਗਏ, ਸੁਪਰੀਮ ਕੋਰਟ ਨੇ ਕੁਝ ਰਾਹਤ ਜਿਹੜੀ ਉਹ ਜ਼ਰੂਰ ਦਿੱਤੀ ਸੀ ਤੇ ਅੱਜ ਸਰੈਂਡਰ ਕਰਨ ਦੀ ਜਿਹੜੀ ਗੱਲ ਹੈ ਉਹ ਕੀਤੀ ਸੀ ਤੇ ਹੁਣ ਸਰੈਂਡਰ ਕੀਤਾ ਤੇ ਲਗਾਤਾਰ ਪੁੱਛਗਿੱਛ ਹੋਈ, ਕੋਰਟ 'ਚ ਸੁਣਵਾਈ ਹੋਈ ਦੋਨੋਂ ਪੱਖਾਂ 'ਚ, ਬਚਾਅ ਪੱਖ ਦੀ ਵੀ ਅਸੀਂ ਗੱਲ ਕਰ ਲਈਏ, ਸਰਕਾਰੀ ਵਕੀਲ ਦੀ ਵੀ ਗੱਲ ਕਰੀਏ, ਆਪਸ 'ਚ ਬਹਿਸਬਾਜ਼ੀ ਵੀ ਜਿਹੜੀ ਹੈ ਉਹਨਾਂ ਦੀ ਹੋਈ ਹੈ, ਦੋਨੋਂ ਪੱਖਾਂ ਨੇ ਆਪਣਾ ਜਿਹੜਾ ਪੱਖ ਹੈ ਉਹ ਰੱਖਿਆ, ਲੇਕਿਨ ਲਾਸਟ 'ਚ ਪਰਮਿਸ਼ਨ ਜਿਹੜੀ ਹੈ ਸਟੇਟ ਕ੍ਰਾਈਮ ਬ੍ਰਾਂਚ ਨੂੰ ਮਿਲੀ, ਕੋਰਟ ਵੱਲੋਂ ਕਿਹਾ ਗਿਆ ਇੱਥੇ ਹੀ ਤੁਸੀਂ ਪੁੱਛਗਿੱਛ ਜਿਹੜੀ ਹੈ ਜਿਹੜੀ ਤੁਸੀਂ ਪੁੱਛਗਿੱਛ ਕਰਨੀ ਹੈ ਤੁਸੀਂ ਇੱਥੇ ਕਰੋ। ਪੁੱਛਗਿੱਛ ਕਰਨ ਤੋਂ ਬਾਅਦ ਜਦ ਉਹ ਕੋਰਟ 'ਚ ਦੁਬਾਰਾ ਅਪੀਅਰ ਹੁੰਦੇ ਆ ਤੇ ਉਹਨਾਂ ਨੂੰ 8 ਮਾਰਚ ਤੱਕ ਨਿਆਇ ਹਿਰਾਸਤ 'ਚ ਭੇਜ ਦਿੱਤਾ ਹੈ। ਬੇਲ ਐਪਲੀਕੇਸ਼ਨ ਜਿਹੜੀ ਹੈ ਇਹਨਾਂ ਦੇ ਵੱਲੋਂ ਲਾਈ ਗਈ ਹੈ ਤੇ ਬੇਲ ਐਪਲੀਕੇਸ਼ਨ ਤੇ ਹੁਣ ਕੁਛ ਹੀ ਦੇਰ ਤੱਕ ਸੁਣਵਾਈ ਜਿਹੜੀ ਹੈ ਇਸ ਪੂਰੇ ਮਾਮਲੇ 'ਚ ਹੋਏਗੀ। ਗੌਰਵ, ਬਿਲਕੁਲ ਤਸਵੀਰਾਂ ਤੁਸੀਂ ਦਿਖਾਉਂਦੇ ਰਹੋ। ਇਸ ਸਮੇਂ ਉੱਥੇ ਹਲਚਲ ਕੀ ਹੈ, ਮੋਹਾਲੀ ਕੋਰਟ ਦੇ ਵਿੱਚ ਕੀ ਕੁਝ ਹਲਚਲ ਆ ਅਸੀਂ ਜ਼ਰੂਰ ਆਪਣੇ ਦਰਸ਼ਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਮਨੋਜ, ਕਿਉਂਕਿ ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਇਸ ਸਮੇਂ ਦੀ ਵੱਡੀ ਖਬਰ ਹੈ। ਵਿਕਰਮ ਮਜੀਠੀਆ ਨੂੰ 8 ਮਾਰਚ ਤੱਕ ਦੇ ਲਈ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਤੇ ਪੈਰਲਰ ਇਹ ਵੀ ਤੁਹਾਨੂੰ ਦੱਸ ਦਈਏ ਕਿਉਂਕਿ ਇੱਕ ਪਾਸੇ ਸਰੈਂਡਰ ਕਰਨ ਵਾਲਾ ਪੂਰਾ ਮਾਮਲਾ ਹੈ, ਸੁਪਰੀਮ ਕੋਰਟ ਦੀ ਜੋ ਰਾਹਤ ਮਿਲੀ ਸੁਪਰੀਮ ਕੋਰਟ ਤੋਂ ਵਿਕਰਮ ਮਜੀਠੀਆ ਨੂੰ, ਉਸ ਦੇ ਮੁਤਾਬਿਕ ਅੱਜ ਜੋ ਰਾਹਤ, ਅੱਜ ਦਾ ਦਿਨ ਸੀ ਜਦੋਂ ਸਰੈਂਡਰ ਕਰਨਾ ਸੀ ਵਿਕਰਮ ਮਜੀਠੀਆ ਨੇ ਤੇ ਉਹਨਾਂ ਨੇ ਸਰੈਂਡਰ ਕਰ ਦਿੱਤਾ ਹੈ। ਪੂਰਾ ਮਾਮਲਾ ਤੁਹਾਨੂੰ ਦੱਸਾਂਗੇ ਕੀ ਕੁਝ ਹੈ। 49 ਪੰਨਿਆਂ ਦੀ ਇੱਕ ਰਿਪੋਰਟ ਹੈ, ਇੱਕ 49 ਪੰਨਿਆਂ ਦੀ FIR ਹੈ ਜੋ ਵਿਕਰਮ ਮਜੀਠੀਆ ਦੇ ਖਿਲਾਫ ਦਰਜ ਕੀਤੀ ਗਈ। NDPS ਐਕਟ ਦੀਆਂ ਧਾਰਾਵਾਂ ਉਸ ਦੇ ਵਿੱਚ ਜੋੜੀਆਂ ਗਈਆਂ, ਉਸ ਦੇ ਉੱਤੇ ਜਾਵਾਂਗੇ। ਪਰ ਇਸ ਵੇਲੇ ਤੁਹਾਨੂੰ ਇਹ ਵੀ ਦੱਸ ਦਈਏ, ਜੋ ਮਨੋਜ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਨੇ ਕਿ ਜੋ ਰੈਗੂਲਰ ਬੇਲ ਦੇ ਲਈ ਐਪਲੀਕੇਸ਼ਨ ਲਗਾਈ ਗਈ ਹੈ ਉਸ ਦੇ ਉੱਤੇ ਸੁਣਵਾਈ ਅਜੇ ਹੋਣੀ ਬਾਕੀ ਹੈ ਔਰ SIT ਨੇ ਕੋਰਟ ਕੰਪਲੈਕਸ ਦੇ ਵਿੱਚ ਵਿਕਰਮ ਮਜੀਠੀਆ ਤੋਂ ਸਵਾਲ ਜਵਾਬ ਕੀਤੇ ਨੇ। 2 ਘੰਟੇ ਤੱਕ ਸਵਾਲ ਜਵਾਬ ਕੀਤੇ ਗਏ ਨੇ ਵਿਕਰਮ ਮਜੀਠੀਆ ਤੋਂ। SIT ਦੇ ਪੂਰੇ ਮਾਮਲੇ ਦੇ ਵਿੱਚ ਡਰੱਗਸ ਨਾਲ ਜੁੜਿਆ ਹੋਇਆ ਕੇਸ ਹੈ ਵਿਕਰਮ ਮਜੀਠੀਆ ਦੇ ਉੱਤੇ। ਜੋ ਡਰੱਗਸ ਪੈਡਲਰਸ ਨੇ ਜਾਂ ਡਰੱਗ ਦੇ ਜਿਹੜੇ ਲੋਕ ਜੁੜੇ ਹੋਏ ਨੇ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਸੱਤਾ ਪਿੰਦੀ, ਜਗਦੀਸ਼ ਭੋਲਾ ਵਰਗੇ ਨਾਮ ਆਏ, ਉਹਨਾਂ ਦੇ ਨਾਲ ਗਣ ਤੁੱਪ ਦੇ ਇਲਜ਼ਾਮ ਲਗਾਏ ਗਏ, FIR ਦੇ ਵਿੱਚ ਜ਼ਿਕਰ ਕੀਤਾ ਗਿਆ ਔਰ ਉਸ ਤੋਂ ਬਾਅਦ ਵਿਕਰਮ ਮਜੀਠੀਆ ਦੇ ਉੱਤੇ ਗ੍ਰਿਫਤਾਰੀ ਦੀ ਤਲਵਾਰ ਸੀ, ਸਵੇਰੇ ਸਰੈਂਡਰ ਕੀਤਾ। ਉਸ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। 8 ਮਾਰਚ ਤੱਕ ਦੇ ਲਈ ਵਿਕਰਮ ਮਜੀਠੀਆ ਨੂੰ ਅਦਾਲਤ ਨੇ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਹਾਲਾਂਕਿ ਰੈਗੂਲਰ ਬੇਲ ਦੇ ਲਈ ਜ਼ਰੂਰ ਜਿਹੜੀ ਅਜੇ ਸੁਣਵਾਈ ਬਾਕੀ ਹੈ। ਮੈਂ ਦੁਬਾਰਾ